ਲੋਕਾਂ ਦੇ ਮਨਾਂ ਦੇ ਵਿੱਚ ਤਾਂ ਦੋਵੇਂ ਅਦਾਰਿਆਂ ਸਰਕਾਰ ਪੁਲਿਸ ਤੇ ਦੂਸਰੇ ਪਾਸੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਇਹਨਾਂ ਦੇ ਪੱਖੋਂ ਵਿਸ਼ਵਾਸ ਉੱਠ ਚੁੱਕਿਆ ਹੈ। ਤਾਂ ਹੀ ਕਰਕੇ ਲੋਕਾਂ ਨੂੰ ਕਾਨੂੰਨ ਆਪਣੇ ਹੱਥ ਵਿੱਚ ਲੈਣਾ ਪੈ ਰਿਹਾ, ਉਹ ਲੈ ਰਹੇ ਨੇ। ਇਹਦੇ ਨਾਲ ਇੱਕ ਗਲਤ ਰਵਾਇਤ, ਇੱਕ ਗਲਤ ਰਿਵਾਜ ਪੈਦਾ ਹੋ ਗਿਆ ਤੇ ਸੋਧਾ ਲਾਉਣ ਦਾ ਜਿਹੜਾ ਕਲਚਰ ਹੈ ਇਹ ਬਿਲਕੁਲ ਠੀਕ ਆਪਾਂ ਦੀ ਮੰਗ ਕੀਤੀ ਹੈ। ਖਾਸ ਤੌਰ ਉੱਤੇ UAPA ਲੱਗਣਾ ਚਾਹੀਦਾ ਹੈ ਜਿਹੜਾ ਵੀ ਬੰਦਾ ਬੇਅਦਬੀ ਕਰਦਾ ਹੈ। ਸੋ ਮੁੱਖ ਮੰਤਰੀ ਤੋਂ ਇਹ ਸਵਾਲ ਕਿਉਂ ਨਹੀਂ ਕਰ ਰਿਹਾ? ਪੋਸੀਬਲੀ ਇਸ ਮੀਟਿੰਗ ਦੇ ਵਿੱਚ ਦਾ ਜ਼ਿਕਰ ਵੀ ਨਹੀਂ ਹੋਇਆ ਹੋਵੇਗਾ। ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਇਸ ਚੀਜ਼ ਦੀ ਜਾਣਕਾਰੀ ਮੈਨੂੰ ਲੱਗਦਾ ਹੈ ਨਹੀਂ ਹੈ। ਮੇਨ ਸਟ੍ਰੀਮ ਮੀਡੀਆ ਦੇ ਵਿੱਚੋਂ ਇਹ ਪੂਰੀ ਡਿਸਕਸ਼ਨ ਹੀ ਗਾਇਬ ਹੋ ਜਾਂਦੀ ਹੈ। ਜਿਵੇਂ ਅਕਸਰ ਸਾਡੇ ਮੀਡੀਆ ਦੀ ਆਦਤ ਹੈ ਕਿ ਇਸ਼ੂ ਨੂੰ ਹਵਾ 'ਚ ਇੱਕ ਵਾਰ ਉਛਾਲਤਾ, ਲਟਕਦਾ ਰਿਹਾ ਤੇ ਉਸ ਤੋਂ ਬਾਅਦ ਛੱਡਤਾ ਗਿਆ। ਜਿਹੜੀ ਤੁਸੀਂ ਮੈਂਟਲ ਐਡਿਕਸ਼ਨਸ ਦੀ ਗੱਲ ਕਹੀ, ਇਹ ਬਿਲਕੁਲ ਸਹੀ ਗੱਲ ਹੈ ਕਿ ਮੈਂਟਲ ਐਡਿਕਸ਼ਨਸ ਜਾਂ ਉਹਨਾਂ ਨੂੰ ਕੋਈ ਇਸ ਤਰੀਕੇ ਦੀ ਬਿਮਾਰੀ ਸੀ, ਜੇ ਸ਼ਰਾਬ ਦੀ ਲੱਤ ਦਾ ਸ਼ਿਕਾਰ ਸੀ, ਉਹ ਆਪਣੇ ਕੰਟਰੋਲ ਦੇ ਵਿੱਚ ਹੀ ਨਹੀਂ ਸੀ। ਫਿਰ ਉਹਨਾਂ ਸਥਿਤੀਆਂ ਦੇ ਵਿੱਚ ਉਹਨਾਂ ਨੂੰ ਫੜ ਕੇ ਉਹਨਾਂ ਦੀ ਸਜ਼ਾਵਾਂ ਕੀ ਬਣਦੀਆਂ ਸੀ, ਉਹਨਾਂ ਨੂੰ ਸਜ਼ਾਵਾਂ ਦੇਣੀਆਂ ਕੀ ਬਣਦੀਆਂ ਸੀ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲੇ ਨੇ। ਉਹਨਾਂ ਨੇ ਬੇਅਦਬੀ ਦੀਆਂ ਘਟਨਾਵਾਂ, ਲਗਾਤਾਰ ਹੋ ਰਹੀਆਂ ਬੇਅਦਬੀ ਦੀ ਘਟਨਾਵਾਂ ਦੇ ਉੱਤੇ ਚਿੰਤਾ ਜਤਾਈ ਹੈ ਤੇ ਸਖਤ ਸਜ਼ਾਵਾਂ ਦੀ ਮੰਗ ਕੀਤੀ ਹੈ। ਅੱਜ ਇਸੇ ਮੁੱਦੇ ਉੱਤੇ ਕਰਾਂਗੇ ਗੱਲਬਾਤ। ਮੈਂ ਹਾਂ ਤੁਹਾਡਾ ਹੋਸਟ ਸ਼ੁਭਕਰਮਨ ਸਿੰਘ ਢਾਲੀਵਾਲ, ਮੇਰੇ ਨਾਲ ਮੇਰੇ ਸਹਿਯੋਗੀ ਰਿਤੇਸ਼ ਲੱਖੀ ਜੀ। ਰਿਤੇਸ਼ ਜੀ, ਬਹੁਤ ਸਵਾਗਤ ਹੈ। ਬਹੁਤ ਧੰਨਵਾਦ ਸ਼ੁਭਕਰਮਨ। ਰਿਤੇਸ਼ ਜੀ, ਬਲਜੀਤ ਸਿੰਘ ਦਾਦੂਵਾਲ ਤੇ ਮੁੱਖ ਮੰਤਰੀ ਪੰਜਾਬ ਵਿਚਕਾਰ ਇੱਕ ਇੰਪੋਰਟੈਂਟ ਮੀਟਿੰਗ ਹੋਈ ਹੈ। ਬੇਅਦਬੀ ਦੀਆਂ ਲਗਾਤਾਰ ਹੋ ਰਹੀਆਂ ਘਟਨਾਵਾਂ ਨੂੰ ਲੈ ਕੇ ਉਹਨਾਂ ਨੇ ਸਖਤ ਸਜ਼ਾਵਾਂ ਦੀ ਮੰਗ ਕੀਤੀ ਹੈ, ਯੂਆਪਾ ਦੀ ਮੰਗ ਕੀਤੀ ਹੈ। ਖਾਸ ਤੌਰ ਉੱਤੇ UAPA ਲੱਗਣਾ ਚਾਹੀਦਾ ਹੈ ਜਿਹੜਾ ਵੀ ਬੰਦਾ ਬੇਅਦਬੀ ਕਰਦਾ ਹੈ। ਤੇ ਤੁਸੀਂ ਇਸ ਮੁਲਾਕਾਤ ਨੂੰ, ਇਸ ਮੰਗ ਨੂੰ ਕਿਵੇਂ ਦੇਖਦੇ ਹੋ? ਦੇਖੋ ਸ਼ੁਭਕਰਮਨ, ਆਪਾਂ ਜਿਹੜੀ ਤਾਜ਼ਾ ਘਟਨਾ ਹੋਈ ਹੈ ਕੁਝ ਦਿਨ ਪਹਿਲਾਂ ਦੀ, ਪਟਿਆਲਾ ਦੇ ਦੁੱਖ ਨਿਵਾਰਨ ਸਾਹਿਬ ਦੀ ਬਹੁਤ ਹੀ ਮੰਦਭਾਗੀ ਘਟਨਾ, ਜਿਸ ਵਿੱਚ ਕਿ ਇੱਕ 32-33 ਸਾਲਾਂ ਦੀ ਮਹਿਲਾ ਜਿਸਨੇ ਕਿ ਸ਼ਰਾਬ ਪੀਣ ਦੀ ਕੋਸ਼ਿਸ਼ ਕੀਤੀ ਸਰੋਵਰ ਦੇ ਨੇੜੇ, ਉਸ ਨੂੰ ਗੋਲੀਆਂ ਮਾਰਤੀਆਂ ਜਾਂਦੀਆਂ ਨੇ। ਨਿਰਮਲਜੀਤ ਸਿੰਘ ਦਾ ਕੇਸ ਸਭ ਦੇ ਸਾਹਮਣੇ ਹੈ। ਇਸੇ ਪੂਰੇ ਦੇ ਪੂਰੇ ਸੰਦਰਭ ਵਿੱਚ ਮੁਲਾਕਾਤ ਹੁੰਦੀ ਹੈ ਬਾਬਾ ਬਲਜੀਤ ਸਿੰਘ ਦਾਦੂਵਾਲ ਹੋਣਾ ਦੀ ਮੁੱਖ ਮੰਤਰੀ ਪੰਜਾਬ ਦੇ ਨਾਲ, ਤੇ ਉਹਨਾਂ ਨੇ ਗੱਲਾਂ ਬਾਤਾਂ ਜੈਨੂਇਨ ਚੁੱਕੇ ਨੇ, ਕੰਸਰਨਸ ਚੁੱਕੇ ਨੇ, ਕਿਉਂਕਿ ਪਹਿਲਾਂ ਵੀ ਬਰਗਾੜੀ ਮੋਰਚੇ ਦੇ ਸਮੇਂ ਵੀ ਕਾਫੀ ਮੋਹਰੀ ਰਹੇ ਬਲਜੀਤ ਸਿੰਘ ਦਾਦੂਵਾਲ ਹੋਣੀ। ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਦੇ ਕਈ ਕਿਸਮ ਦੇ ਇਲਜ਼ਾਮ ਵੀ ਲੱਗੇ, ਤਾਂ ਇਹ ਵੀ ਗੱਲਾਂ ਆਈਆਂ ਕਿ ਬਰਗਾੜੀ ਮੋਰਚਾ ਚੁੱਕਿਆ ਕਿਸ ਭਰੋਸੇ ਤੇ, ਕਿਸ ਆਸ਼ਵਾਸਨ ਤੇ ਗਿਆ, ਤਮਾਮ ਕਿਸਮ ਦੇ ਕੰਟਰੋਵਰਸੀਜ਼ ਰਹੀਆਂ। ਲੇਕਿਨ ਸਾਬਕਾ ਪ੍ਰਧਾਨ ਹੋਣ ਦੇ ਨਾਤੇ ਹਰਿਆਣਾ ਗੁਰਦੁਆਰਾ ਕਮੇਟੀ ਦੇ ਇਹ ਮੰਗ ਕਰਨਾ ਬਲਜੀਤ ਸਿੰਘ ਦਾਦੂਵਾਲ ਵੱਲੋਂ, ਇਹ ਉਸੇ ਮੰਗ ਨੂੰ ਰਿਫਰੈਸ਼ ਕਰਦਾ ਜੋ ਕਿ ਕਈ ਸਾਲਾਂ ਤੋਂ ਤੁਰੀ ਆ ਰਹੀ ਹੈ। ਤੇ ਇਹਨਾਂ ਹੀ ਧਿਰਾਂ, ਇਹਨਾਂ ਹੀ ਜਥੇਬੰਦੀਆਂ, ਇਹਨਾਂ ਹੀ ਜਿਹੜੇ ਧਾਰਮਿਕ ਸ਼ਖਸੀਅਤਾਂ ਹੈਗੀਆਂ ਉਹਨਾਂ ਨੇ ਚੁੱਕੀਆਂ ਨੇ। ਲੇਕਿਨ ਅੱਜ ਇਸ ਵਕਤ ਸਵਾਲ ਜਿਹੜਾ ਵੱਡਾ ਇਹ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਕੀ ਸਜ਼ਾਵਾਂ ਨੂੰ ਸਖਤ ਕਰਨਾ ਕਾਫੀ ਹੈ? ਅੱਜ ਆਪਾਂ ਪਹਿਲਾਂ ਵੀ ਇਸੇ ਮਾਧਿਅਮ ਤੋਂ, ਇਸੇ ਪਲੈਟਫਾਰਮ ਤੇ, ਇਸੇ ਸ਼ੋਅ ਦੇ ਵਿੱਚ ਚਰਚਾਵਾਂ ਕੀਤੀਆਂ, ਜ਼ਿਕਰ ਕੀਤਾ ਕਿ ਬੇਅਦਬੀ ਦੇ ਕੇਸਾਂ ਨੂੰ ਲੈ ਕੇ, ਬੇਅਦਬੀ ਦੀਆਂ ਸਜ਼ਾਵਾਂ ਨੂੰ ਸਖਤ ਕਰਨ ਨੂੰ ਲੈ ਕੇ ਠੰਡੇ ਬਸਤੇ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਵਿੱਚ ਮਤਾ ਪਿਆ, ਕਾਨੂੰਨ ਪਿਆ, ਬਿੱਲ ਪਿਆ, ਜੋ ਕਿ ਪਾਸ ਹੋ ਚੁੱਕਾ ਹੈ ਵਿਧਾਨ ਸਭਾ 'ਚੋਂ। ਇੱਕ ਵਾਰ ਨਹੀਂ, 2 ਵਾਰ ਪਾਸ ਹੋਇਆ। ਸੋ ਅੱਜ ਜੇ ਤਾਂ ਬਲਜੀਤ ਸਿੰਘ ਦਾਦੂਵਾਲ ਸਾਹਿਬ ਨੂੰ ਇਸ ਚੀਜ਼ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ, ਇਹ ਪੋਸੀਬਲ ਹੈ ਕਿਉਂਕਿ ਉਹ ਹਰਿਆਣਾ ਦੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਦੇ ਨਾਲ ਜੁੜੀ ਹੋਈ ਪੂਰੀ ਦੀ ਪੂਰੀ ਮੂਵਮੈਂਟ ਦੇ ਨਾਲ ਜੁੜੇ ਹੋਏ ਨੇ। ਉਹਨਾਂ ਨੂੰ ਪੰਜਾਬ ਵਿਧਾਨ ਸਭਾ ਦੇ, ਪੰਜਾਬ ਦੇ ਕਾਨੂੰਨੀ ਸੰਦਰਭ ਵਿੱਚ ਕੀ ਕੁਝ ਹੋ ਰਿਹਾ, ਕੀ ਕੁਝ ਹੋ ਸਕਦਾ ਹੈ, ਸੰਭਾਵਨਾਵਾਂ ਕੀ ਨੇ, ਇਸ ਚੀਜ਼ ਦੇ ਬਾਰੇ ਪੋਸੀਬਲੀ ਜਾਣਕਾਰੀ ਨਾ ਹੋਵੇ। ਸੋ ਉਹਨਾਂ ਨੇ ਆਪਣੇ ਵੱਲੋਂ ਗੱਲ ਕੀਤੀ ਹੈ ਕਿ ਅਨਲੌਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਲਾਇਆ ਜਾਏ। ਹੁਣ UAPA ਇੱਕ ਡਰੈਕੋਨੀਅਨ ਕਾਨੂੰਨ ਮੰਨਿਆ ਜਾਂਦਾ ਤੇ ਪੰਜਾਬ ਦੇ ਕੰਟੈਕਸਟ ਵਿੱਚ ਮੁੰਡਿਆਂ ਦੇ ਉੱਤੇ, ਨੌਜਵਾਨਾਂ ਦੇ ਉੱਤੇ ਜਦੋਂ UAPA ਲਾਇਆ ਜਾਂਦਾ ਤਾਂ ਉਸ ਨੂੰ ਬਹੁਤ ਹੀ ਨੈਗੇਟਿਵਲੀ ਵੇਖਿਆ ਜਾਂਦਾ ਹੈ। ਤੁਸੀਂ ਕਾਨੂੰਨ ਹੋਰ ਸਖਤ ਕਰ ਦੋਗੇ, ਘਟਨਾਵਾਂ ਤੁਸੀਂ ਰੋਕ ਨਹੀਂ ਪਾਓਗੇ। ਬੇਅਦਬੀ ਦੀਆਂ ਘਟਨਾਵਾਂ ਪਹਿਲਾਂ ਵੀ ਹੋ ਰਹੀਆਂ ਨੇ। ਅਜੇ ਬਲਜੀਤ ਸਿੰਘ ਦਾਦੂਵਾਲ ਨੇ ਜਿਹੜੀ ਮੰਗ ਕੀਤੀ ਹੈ, ਉਹਨਾਂ ਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਪੰਜਾਬ ਦੇ ਵਿੱਚ ਬੇਅਦਬੀ ਕਰਨ ਦੀ ਸਜ਼ਾ ਇਸ ਵਕਤ 3 ਸਾਲ ਦੀ ਹੈ। ਸੋ 3 ਸਾਲ ਦੀ ਸਜ਼ਾ ਹੈ, ਉਸ ਨੂੰ ਤੁਸੀਂ ਸਿੱਧਾ ਕਹਿ ਰਹੇ ਹੋ ਕਿ ਵਧਾ ਕੇ UAPA 'ਚ ਕਨਵਰਟ ਕਰ ਦਿਓ। ਲੇਕਿਨ UAPA 'ਚ ਤਾਂ ਕਨਵਰਟ ਤਾਂ ਕਰੋਗੇ ਨਾ ਜੇ ਤੁਸੀਂ ਉਸ ਤੋਂ ਪਹਿਲਾਂ ਉਹ ਪੜਾਅ ਪਾਰ ਕੀਤੇ ਨੇ, ਕਿਉਂਕਿ ਕਿਸੇ ਵੀ ਸਜ਼ਾ ਨੂੰ ਮੁਕਰਰ ਕਰਨ ਤੇ ਸਜ਼ਾ ਨੂੰ ਸਖਤ ਕਰਨ ਲਈ ਤੁਹਾਨੂੰ ਇੱਕ ਕਹਿ ਸਕਦੇ ਕਿ ਮੈਂ ਤਾਂ ਇਸ ਨੂੰ ਅਗਨੀ ਪ੍ਰੀਖਿਆ ਹੀ ਕਹਾਂਗਾ, ਉਸ 'ਚੋਂ ਗੁਜ਼ਰਨਾ ਪੈਂਦਾ ਹੈ। ਕਿਉਂਕਿ ਬੀਤੀਆਂ 2 ਸਰਕਾਰਾਂ, ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰਾਂ ਦੇ ਵੇਲੇ 2 ਅਲੱਗ-ਅਲੱਗ ਬਿੱਲ ਪਾਸ ਹੋਏ, ਕਿਉਂ ਵਿਧਾਨ ਸਭਾ ਦੇ ਵਿੱਚ ਅਟਕੇ ਹੋਏ ਨੇ। ਅੱਜ ਸਰਕਾਰ ਤੋਂ, ਮੁੱਖ ਮੰਤਰੀ ਤੋਂ ਇਹ ਸਵਾਲ ਕਿਉਂ ਨਹੀਂ ਕਰ ਰਿਹਾ? ਪੋਸੀਬਲੀ ਇਸ ਮੀਟਿੰਗ ਦੇ ਵਿੱਚ ਦਾ ਜ਼ਿਕਰ ਵੀ ਨਹੀਂ ਹੋਇਆ ਹੋਵੇਗਾ। ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਇਸ ਚੀਜ਼ ਦੀ ਜਾਣਕਾਰੀ ਮੈਨੂੰ ਲੱਗਦਾ ਹੈ ਨਹੀਂ ਹੈ। ਆਪਾਂ ਇੰਨੇ ਮਾਧਿਅਮਾਂ ਤੋਂ ਇੰਨੇ ਵਾਰ ਇਹ ਚਰਚਾਵਾਂ ਕੀਤੀਆਂ ਨੇ, ਮੇਨ ਸਟ੍ਰੀਮ ਮੀਡੀਆ ਦੇ ਵਿੱਚੋਂ ਇਹ ਪੂਰੀ ਡਿਸਕਸ਼ਨ ਹੀ ਗਾਇਬ ਹੋ ਜਾਂਦੀ ਹੈ। ਜਿਵੇਂ ਅਕਸਰ ਸਾਡੇ ਮੀਡੀਆ ਦੀ ਆਦਤ ਹੈ ਕਿ ਇਸ਼ੂ ਨੂੰ ਹਵਾ 'ਚ ਇੱਕ ਵਾਰ ਉਛਾਲਤਾ, ਲਟਕਦਾ ਰਿਹਾ ਤੇ ਉਸ ਤੋਂ ਬਾਅਦ ਛੱਡਤਾ ਗਿਆ। ਸੋ ਅੱਜ ਕੋਈ ਸਵਾਲ ਇਹ ਨਹੀਂ ਕਰ ਰਿਹਾ ਕਿ ਅਸੀਂ 3 ਸਾਲ ਦੀ ਸਜ਼ਾ ਨੂੰ ਬੇਅਦਬੀ ਦੀ ਕੇਸਾਂ ਦੇ ਵਿੱਚ ਉਸ ਨੂੰ ਵਧਾ ਕੇ 10 ਜਾਂ 10 ਤੋਂ ਵੱਧ ਸਾਲ ਕਰਨਾ ਹੈ।
ਹੁਣ ਇਹ ਜਿਹੜੀ ਦੁੱਖ ਨਿਵਾਰਨ ਸਾਹਿਬ ਦੀ ਘਟਨਾ ਹੋਈ ਹੈ, ਇਹ ਬਹੁਤ ਹੀ ਅਨਫੋਰਚੂਨੇਟ ਘਟਨਾ ਹੈ, ਲੇਕਿਨ ਜੋ ਬੈਕਗਰਾਊਂਡਰਸ ਆ ਰਹੇ ਨੇ ਇਸ ਮਹਿਲਾ ਦੇ, ਜਿਸਦੇ ਹਲੇ ਜਿਹੜੀ ਪਛਾਣ ਦੇ ਬਾਰੇ ਵੀ ਕੋਈ ਪੱਕੀ ਗੱਲਬਾਤ ਨਹੀਂ ਹੈ। ਕਿਹਾ ਜਾ ਰਿਹਾ ਕਿ ਉਸਨੇ ਜਿਸ ਨਾਂ ਤੋਂ ਜਿਹੜਾ ਆਧਾਰ ਕਾਰਡ ਬਣਾਇਆ ਸੀ, ਅਸਲ ਦੇ ਵਿੱਚ ਉਸ ਦਾ ਨਾਂ ਇੱਕ ਵੱਖਰਾ ਸੀ। ਸੋ ਉਸਨੇ ਇੱਕ ਵੱਖਰੀ ਤੇ ਗਲਤ ਪਛਾਣ ਦੇ ਚੱਲਦਿਆਂ ਇਸ ਆਧਾਰ ਕਾਰਡ ਨੂੰ ਬਣਾਇਆ ਸੀ, ਜਿਸ ਦੇ ਕਾਰਨ ਉਸ ਦੀ ਪਛਾਣ ਪਹਿਲਾਂ ਪਰਵਿੰਦਰ ਕੌਰ ਨਾਂ ਦੀ ਇੱਕ ਮਹਿਲਾ ਦੇ ਰੂਪ ਵਿੱਚ ਹੋਈ, ਫਿਰ ਉਹਦੀ ਪਛਾਣ ਹੋਰ ਦੱਸੀ ਗਈ। ਲੈ ਦੇ ਕੇ ਜਿਹੜੀ ਮਹਿਲਾ ਸੀ ਇਹ ਸ਼ਰਾਬ ਦੀ ਐਲਕੋਹਲਿਕ ਸੀ, ਸ਼ਰਾਬ ਦੀ ਲੱਤ ਸੀ, ਸ਼ਰਾਬ ਦਾ ਨਸ਼ਾ ਕਰਦੀ ਸੀ, ਇਹ ਡਿਪਰੈਸ਼ਨ ਦਾ ਵੀ ਸ਼ਿਕਾਰ ਦੱਸੀ ਜਾਂਦੀ ਹੈ, ਇਸ ਦਾ ਇਲਾਜ ਵੀ ਚੱਲ ਰਿਹਾ ਸੀ। ਸੋ ਉਸ ਤਰੀਕੇ ਦੀਆਂ ਗੱਲਾਂ ਬਾਤਾਂ ਵੀ ਆ ਰਹੀਆਂ ਨੇ। ਸੋ ਰੀਜ਼ਨ ਕੁਛ ਵੀ ਰਿਹਾ ਹੋਵੇ, ਲੇਕਿਨ ਇਸ ਮਹਿਲਾ ਨੂੰ ਮਾਰ ਮੁਕਾਇਆ ਗਿਆ। ਸੁਲਤਾਨਪੁਰ ਲੋਧੀ ਦੀ ਘਟਨਾ ਲੈ ਲਈਏ, ਉਸ ਤੋਂ ਪਹਿਲਾਂ ਜਿਹੜੀ ਘਟਨਾ ਹੋਈ ਸੀ ਸਿੰਘੂ ਬਾਰਡਰ ਵਿਖੇ, ਜਿਹੜੇ ਲੋਕ ਬੇਅਦਬੀ ਦੀ ਘਟਨਾਵਾਂ ਦੇ ਕਾਰਨ ਜਾਂ ਉਹਨਾਂ ਦੇ ਵਿੱਚ ਉਹਨਾਂ ਦੀ ਕਥਿਤ ਭੂਮਿਕਾ ਦੇ ਚੱਲਦੇ ਮਾਰੇ ਗਏ। ਹਾਲਾਂਕਿ ਇਸ ਕੇਸ ਦੇ ਵਿੱਚ ਇੱਕ ਮਰਿਆਦਾ ਦੀ ਉਲੰਘਣਾ ਦਾ ਕੇਸ ਹੈ। ਮੈਂ ਪਹਿਲਾਂ ਵੀ ਇਸ ਦਾ ਜ਼ਿਕਰ ਕੀਤਾ ਕਿ ਸ਼੍ਰੀ ਦੁੱਖ ਨਿਵਾਰਨ ਸਾਹਿਬ ਦੇ ਸਰੋਵਰ ਵਿਖੇ ਬੈਠ ਕੇ ਜੇ ਸ਼ਰਾਬ ਦਾ ਸੇਵਨ ਇਸ ਮਹਿਲਾ ਨੇ ਕੀਤਾ, ਬਹੁਤ ਹੀ ਗਲਤ ਕੀਤਾ। ਇਹ ਮਰਿਆਦਾ ਦਾ ਵੀ ਉਲੰਘਣ ਸੀ, ਬੇਅਦਬੀ ਵੀ ਇੱਕ ਤਰੀਕੇ ਦੀ ਸੀ, ਲੇਕਿਨ ਇਸ ਦੀ ਸਜ਼ਾ ਕੀ ਹੋਣੀ ਚਾਹੀਦੀ ਸੀ? ਫਿਰ ਉਸੇ ਗੁਰਦੁਆਰੇ ਦੇ ਪਰਿਸਰ ਜਾਂ ਮੈਨੇਜਰ ਦੇ ਕਮਰੇ ਦੇ ਬਾਹਰ ਜਾਂ ਜਿੱਥੇ ਵੀ ਉਹਦਾ ਦਫ਼ਤਰ ਸੀ, ਉਹਦੇ ਬਾਹਰ ਇੱਕ ਬੰਦਾ ਹਥਿਆਰ ਲੈ ਕੇ ਪਹੁੰਚ ਜਾਂਦਾ ਹੈ। ਫਾਇਰਆਰਮਸ ਹੁਣ ਗੁਰਦੁਆਰੇ ਦੇ ਕੰਪਾਊਂਡ ਜਾਂ ਪਰਿਸਰ ਦੇ ਵਿੱਚ ਲਿਜਾਣਾ ਜਾਂ ਫਾਇਰਆਰਮ ਦੇ ਨਾਲ ਇਸ ਮਹਿਲਾ ਨੂੰ ਸੋਧ ਦੇਣਾ, ਇਸ 'ਤੇ ਵੀ ਸਵਾਲ ਉੱਠਣੇ ਚਾਹੀਦੇ ਨੇ ਕਿ ਫਾਇਰਆਰਮਸ ਇਸ ਤਰੀਕੇ ਦੇ ਨਾਲ ਅਲਾਓ ਹੈਗੇ ਨੇ। ਪੁਲਿਸ ਨੇ ਆਪਣਾ ਪੱਲਾ ਝਾੜ ਲਿਆ ਜੀ ਕਿ ਗੁਰਦੁਆਰੇ ਦੇ ਅੰਦਰ ਤਾਂ ਸਾਡੀ ਜ਼ਿੰਮੇਵਾਰ ਨਹੀਂ, ਬਸ ਤਾਂ ਬਾਹਰ ਤੱਕ ਮਹਿਦੂਦ ਹਾਂ। ਸੋ ਬਹੁਤ ਸਵਾਲ ਖੜੇ ਹੁੰਦੇ ਨੇ। ਬੇਅਦਬੀਆਂ ਦਾ ਜਿਹੜਾ ਕੰਟੈਕਸਟ ਹੈ, ਤਕਰੀਬਨ 95 ਸਾਲ ਪੁਰਾਣਾ ਇੱਕ ਜਿਹੜਾ ਕਾਨੂੰਨ ਹੈ 295A, ਜਿਸ ਦਾ ਜ਼ਿਕਰ ਸਿੱਧੂ ਮੂਸੇਵਾਲਾ ਦੇ ਗੀਤ ਵਿੱਚ ਵੀ ਹੋਇਆ ਸੀ। ਸੋ 295 ਇਹ 95 ਸਾਲ ਪਹਿਲਾਂ ਬਣਦਾ ਹੈ ਤੇ ਅੱਜ 295AA ਦਾ ਜਿਹੜਾ ਕਾਨੂੰਨ ਹੈ ਉਹ ਪੰਜਾਬ ਵਿਧਾਨ ਸਭਾ ਦੇ ਵਿੱਚ ਪਿਛਲੇ ਤਕਰੀਬਨ 4-5 ਸਾਲਾਂ ਤੋਂ ਠੰਡੇ ਬਸਤੇ ਵਿੱਚ ਪਿਆ, ਉਸ ਨੂੰ ਕੱਢਣ ਵਾਲਾ ਕੋਈ ਨਹੀਂ ਹੈ। ਸੋ ਜਦ ਤੁਸੀਂ ਕਮਿਟਡ ਹੀ ਨਹੀਂ ਹੋ, ਗੱਲਾਂ ਬਾਤਾਂ ਕਰਕੇ ਇਸ ਤਰੀਕੇ ਦੀਆਂ ਮਿਲਣੀਆਂ ਦਾ, ਚਲੋ ਬਲਜੀਤ ਸਿੰਘ ਦਾਦੂਵਾਲ ਜੀ ਨੇ ਇੱਕ ਚੰਗੀ ਕੋਸ਼ਿਸ਼ ਕੀਤੀ, ਉਹਨਾਂ ਨੇ ਫਿਰ ਸਰਕਾਰ ਦਾ ਧਿਆਨ ਇਸ ਵੱਲ ਲਿਆਏ ਜਾਣ ਦੀ ਕੋਸ਼ਿਸ਼ ਕੀਤੀ, ਲੇਕਿਨ ਹੋਰ ਪੰਜਾਬ ਦੀ ਪੋਲੀਟੀਕਲ ਪਾਰਟੀ ਦਾ ਹਾਲ ਦੇਖ ਲਈਏ, ਉਹ ਸਿਰਫ ਸਿਆਸੀ ਨੁਕਤਾਚੀਨੀ ਤੋਂ ਇਲਾਵਾ ਅਸਲ ਜਿਹੜੇ ਤੁਹਾਡੇ ਕੋਰ ਵਿਸ਼ੇ ਹੈਗੇ ਨੇ, ਜਿਸ ਕਾਰਨ ਅੱਜ ਜੇ ਦੁਬਾਰਾ ਤੁਹਾਨੂੰ ਵਿਧਾਨ ਸਭਾ ਦੇ ਵਿੱਚ ਹੋਰ ਕਾਨੂੰਨ ਸਖਤ ਕਰਕੇ ਬੇਅਦਬੀ ਦੇ ਕੇਸਾਂ ਦੇ ਵਿੱਚ ਪੀਨਲ ਕੋਡ ਦੇ ਵਿੱਚ ਸਖਤ ਸਜ਼ਾਵਾਂ ਕਰਨ ਦੀ ਲੋੜ ਹੈ, ਤੁਸੀਂ ਕਰ ਲਓ। ਅੱਜ ਤੁਹਾਡੇ ਕੋਲ ਬਰੂਟ ਮੈਜੋਰਿਟੀ ਹੈ ਤੇ ਪਹਿਲੀਆਂ ਸਰਕਾਰਾਂ ਨੇ ਵੀ ਕੀਤਾ, ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਹੈ। ਕਾਨੂੰਨ ਬਣੇ ਹੋਏ ਨੇ, ਉਹਨਾਂ ਨੂੰ ਜੇ ਹੋਰ ਸਖਤ ਕਰਨਾ ਚਾਹ ਰਹੇ ਹੋ ਕਰ ਦਿਓ, ਲੇਕਿਨ ਤੁਸੀਂ UAPA ਵਰਗੇ ਡਰੈਕੋਨੀਅਨ ਕਾਨੂੰਨ ਲਿਆਉਣ ਤੋਂ ਪਹਿਲਾਂ ਘੱਟੋ ਘੱਟ ਜਿਹੜੇ ਠੰਡੇ ਬਸਤੇ ਦੇ ਵਿੱਚ ਕਾਨੂੰਨ ਪਏ ਨੇ ਵਿਧਾਨ ਸਭਾ ਦੇ ਵਿੱਚ, ਫਾਈਲਾਂ ਥੱਲੇ ਦਬੇ ਪਏ ਨੇ, ਤੇ ਸਾਡਾ ਜਾਗਰਤ ਮੀਡੀਆ ਤੇ ਸਾਡੇ ਜਾਗਰਤ ਜਿਹੜੇ ਲੀਡਰ, ਉਹਨਾਂ ਵਾਲੇ ਇੱਕ ਸ਼ਬਦ ਕਹਿ ਕੇ ਰਾਜੀ ਨਹੀਂ, ਪਹਿਲਾਂ ਉਹਨਾਂ ਦਾ ਤਾਂ ਕੁਝ ਕਰ ਲਓ। ਸੋ ਇੱਕ ਬਹੁਤ ਹੀ ਇੱਕ ਅਜੀਬੋ ਗਰੀਬ ਸਥਿਤੀ, ਮੈਂ ਇਸ ਨੂੰ ਕਹਿੰਦਾ ਪੰਜਾਬੀ ਦੇ ਵਿੱਚ ਅੱਗਾ ਦੌੜ ਦੇ ਪਿੱਛਾ ਚੌੜ। ਪਹਿਲਾਂ ਤੁਸੀਂ ਅੱਗੇ ਗਾਂਹ ਤੁਰੇ ਚੱਲੋ, ਤੁਹਾਨੂੰ ਕਾਨੂੰਨ ਤਾਂ ਦੁਨੀਆ ਦੇ ਸਭ ਤੋਂ ਸਖਤ ਚਾਹੀਦੇ ਨੇ, ਲੇਕਿਨ ਤੁਸੀਂ ਇਹ ਵੇਖਦੇ ਨਹੀਂ ਕਿ ਤੁਹਾਡੀਆਂ ਪੁਰਾਣੀਆਂ ਸਰਕਾਰਾਂ, ਤੁਹਾਡੀਆਂ ਪਿਛਲੀਆਂ ਸਰਕਾਰਾਂ ਤੇ ਤੁਹਾਡੀ ਅੱਜ ਦੀ ਸਰਕਾਰ ਕਿੰਨੀ ਕਮਿਟਡ ਹੈ ਇਸ ਇਸ਼ੂ ਨੂੰ ਲੈ ਕੇ। ਜੀ ਰਿਤੇਸ਼ ਜੀ, ਬਿਲਕੁਲ ਤੁਸੀਂ ਸਹੀ ਕਿਹਾ। ਤੁਸੀਂ ਲਗਾਤਾਰ ਇਹ ਗੱਲ ਕਹਿੰਦੇ ਆਏ ਹੋ ਵੀ ਕਾਨੂੰਨਾਂ ਦੇ ਉੱਤੇ ਇਹਨਾਂ ਦੀ ਕੋਈ ਸੀਰੀਅਸਨੈਸ ਨਹੀਂ ਹੈਗੀ, ਚਾਹੇ ਕੋਈ ਵੀ ਪਾਰਟੀ ਦੀ ਸਰਕਾਰ ਹੋਵੇ। ਰਿਤੇਸ਼ ਜੀ, ਇੱਕ ਨਵਾਂ ਇੱਕ ਪੈਟਰਨ ਜਿਹੜਾ ਇੱਕ ਸਾਊਂਡ ਤਾਂ ਬਿਲਕੁਲ ਕਲੀਅਰ ਕੱਟ ਦਿਸਣ ਲੱਗ ਰਿਹਾ। ਕੋਤਵਾਲੀ ਸਾਹਿਬ 'ਚ ਜਿਹੜਾ ਬੰਦਾ ਜਾਂਦਾ ਬੇਅਦਬੀ ਕਰਦਾ, ਉਹਦੇ ਵੀ ਕਿਹਾ ਜਾ ਰਿਹਾ ਮਾਨਸਿਕ ਹਾਲਤ ਨਹੀਂ ਸੀਗੀ ਠੀਕ, ਜਾਂ ਡਿਪਰੈਸ਼ਨ 'ਚ ਸੀ। ਜਿਹੜੇ ਦੁੱਖ ਨਿਵਾਰਨ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਅੰਦਰ ਘਟਨਾ ਹੁੰਦੀ ਹੈ, ਉੱਥੇ ਵੀ ਇਹ ਗੱਲ ਆਉਂਦੀ ਹੈ। ਤੇ ਫਿਰ ਰੀਸੈਂਟ ਥੋੜ੍ਹੇ ਦਿਨ ਬਾਅਦ ਜਿਹੜੇ ਇੱਕ ਦਿਨ ਪਹਿਲਾਂ ਰਾਜਪੁਰੇ 'ਚ ਵੀ ਘਟਨਾ ਹੋਈ ਹੈ, ਜਿਹਦੇ 'ਚ ਸਿਰ ਨੰਗਾ ਢੱਕ ਕੇ ਬੂਟ ਲੈ ਕੇ ਨੌਜਵਾਨ ਅੰਦਰ ਚਲਾ ਜਾਂਦਾ, ਉਹਦੇ 'ਚ ਵੀ ਡਿਪਰੈਸ਼ਨ ਦਾ ਸ਼ਿਕਾਰ ਹੋਇਆ ਹੀ ਉਹ ਦੱਸਿਆ ਜਾ ਰਿਹਾ, ਜਿਹੜਾ ਬੇਅਦਬੀ ਵੱਲ ਕਰਨ ਵੱਲ ਵੱਧ ਰਿਹਾ ਹੁੰਦਾ ਹੈ। ਤੇ ਇਹ ਸਾਰੀ ਘਟਨਾ 'ਚ ਇੱਕ ਮੈਂਟਲ ਹੈਲਥ ਇੱਕ ਬਹੁਤ ਵੱਡਾ ਇਸ਼ੂ ਬਣ ਕੇ ਆ ਰਿਹਾ ਹੈਗਾ। ਕਿ ਇਹਨਾਂ ਨੂੰ ਕਿਸੇ ਨੇ ਟ੍ਰਿਗਰ ਕੀਤਾ ਹੋਇਆ ਕਿ ਜੈਨੂਇਨਲੀ ਇਹ ਬੰਦੇ ਮੈਂਟਲੀ ਡਿਸਆਰਡਰ ਜਾਂ ਕਹਿ ਲਓ ਵੀ ਮੈਂਟਲ ਹੈਲਥ ਕਰਕੇ ਜੂਝ ਰਹੇ ਹੁੰਦੇ ਤੇ ਗੁਰਦੁਆਰਾ ਸਾਹਿਬ ਚਲੇ ਜਾਂਦੇ ਜਾਣੇ ਅਣਜਾਣੇ ਦੇ ਅੰਦਰ? ਆਪਾਂ ਜੇ ਚਰਚਾ ਜਿਹੜੀ ਕਰਦੇ ਪਏ ਹਾਂ, ਆਪਾਂ ਚਰਚਾ ਕਿਉਂ ਕਰਦੇ ਪਏ ਹਾਂ? ਇਹ ਚਰਚਾ ਬਿਆਨਾਂ ਉੱਤੇ, ਇਨਸੀਡੈਂਟਸ ਉੱਤੇ ਆਧਾਰਿਤ ਹੈ ਤੇ ਵਿਚਾਰਾਂ ਉੱਤੇ ਵੀ ਆਧਾਰਿਤ ਹੈ। ਅੱਜ ਆਪਾਂ ਇੱਕ ਬਹੁਤ ਬ੍ਰੌਡ ਕਨਸੈਪਟ ਦੀ ਵੀ ਗੱਲ ਕਰਦੇ ਪਏ ਹਾਂ। ਕਿਸੇ ਬੁੱਧੀਜੀਵੀ ਨੇ ਕਿਹਾ ਕਿ ਜਿਹੜੀ ਸਭ ਤੋਂ ਨਿਚਲੇ ਕਿਸਮ ਦੀ ਗੱਲਬਾਤ ਹੁੰਦੀ ਹੈ, ਜਿਹੜੀ ਹਲਕੀ ਗੱਲਬਾਤ ਹੁੰਦੀ ਹੈ, ਉਹ ਕਿਸੇ ਦੇ ਬਿਆਨ ਉੱਤੇ ਗੱਲ ਕਰਨਾ ਹੁੰਦਾ ਹੈ। ਯਾਨੀ ਕਿ ਕਿਸੇ ਨੇ ਕੋਈ ਬਿਆਨ ਦਿਆ ਤੇ ਆਪਾਂ ਉਸ ਉੱਤੇ ਚਰਚਾ ਕਰਨੀ ਸ਼ੁਰੂ ਕਰ ਦਈਏ। ਫਿਰ ਉਸ ਤੋਂ ਬਾਅਦ ਇਨਸੀਡੈਂਟਸ ਆ ਜਾਂਦੇ, ਘਟਨਾਵਾਂ। ਕੋਈ ਘਟਨਾ ਹੋਈ ਤੇ ਆਪਾਂ ਚਰਚਾ ਕਰਨੀ ਸ਼ੁਰੂ ਕਰਤੀ। ਜਿਹੜੀ ਸਭ ਤੋਂ ਉਤਲੇ ਪੱਧਰ ਦੀ, ਉਚੇਰੇ ਪੱਧਰ ਦੀ ਚਰਚਾ ਹੁੰਦੀ ਹੈ, ਜਿਹਨੂੰ ਬੁੱਧੀਜੀਵੀ ਦੀ ਚਰਚਾ ਕਹਿੰਦੇ ਆ, ਉਹ ਚਰਚਾ ਅਕਸਰ ਵਿਚਾਰਾਂ ਤੇ ਹੁੰਦੀ ਹੈ। ਤੁਸੀਂ ਕਨਸੈਪਟਸ ਦੀ ਗੱਲ ਕਰੋ, ਵਿਚਾਰਾਂ ਤੇ। ਅੱਜ ਆਪਾਂ ਚਾਹੁੰਦੇ ਕਿ ਅਸੀਂ ਵਿਚਾਰ ਤੇ ਜ਼ਰੂਰ ਗੱਲ ਕਰੀਏ। ਜਿਹੜੀ ਤੁਸੀਂ ਗੱਲਾਂ ਕੀਤੀਆਂ ਬਿਲਕੁਲ ਦਰੁਸਤ ਨੇ। ਇਹ ਘਟਨਾਵਾਂ ਤੋਂ, ਜੇ ਤੁਸੀਂ ਲਾਅ ਦੀ ਗੱਲ ਕਰਦੇ ਹੋ, ਜੇ ਕੋਈ ਮੈਂਟਲ ਹੈਲਥ ਦਾ, ਮੇਰੀ ਗੱਲ ਤਾਂ ਸੁਣੋ, ਜਿਵੇਂ ਤੁਸੀਂ ਯੂਆਪਾ ਦੀ ਗੱਲ ਕਰਦੇ ਹੋ ਜਾਂ ਮੇਰੀ ਗੱਲ ਸੁਣੀ, ਮੈਂ ਤੁਹਾਡੀ ਗੱਲ ਨੂੰ ਅੱਗੇ ਹੀ ਵਧਾ ਰਿਹਾ, ਤੁਸੀਂ ਪਹਿਲਾਂ ਰਿਐਕਟ ਕਰਤਾ। ਮੈਂ ਕਹਿ ਰਿਹਾ ਕਿ ਤੁਹਾਡੀ ਜਿਹੜੀਆਂ ਇਹ ਘਟਨਾਵਾਂ ਹੋਈਆਂ, ਇਹ ਘਟਨਾਵਾਂ ਫਿਰ ਉਸੇ ਕਨਸੈਪਟ ਨੂੰ ਉਭਾਰਦੀਆਂ ਨੇ।
ਉਹ ਕਨਸੈਪਟ ਜਿਸ ਨੂੰ ਲੈ ਕੇ ਅਸੀਂ ਕੋਈ ਕਲੋਜ਼ਰ ਨਹੀਂ ਕੀਤਾ। ਅਸੀਂ ਕਿਉਂਕਿ ਬੇਅਦਬੀ ਦੇ ਘਟਨਾਵਾਂ 2015 ਵਿੱਚ ਹੋਈਆਂ, 2016 ਵਿੱਚ ਹੋਈਆਂ, ਉਸ ਤੋਂ ਬਾਅਦ ਹੁਣ ਫੇਰ ਹੋ ਰਹੀਆਂ ਨੇ। ਇੰਜ ਲੱਗ ਰਿਹਾ ਸੀ ਕਿ ਜੀ ਇੰਨੇ ਸਾਲ ਹੋ ਗਏ, ਸਰਕਾਰਾਂ ਵੀ ਬੀਤ ਗਈਆਂ, ਨਿਜ਼ਾਮ ਵੀ ਬੀਤ ਗਿਆ, ਚਲੋ 2015 ਵਿੱਚ ਤਾਂ ਬਾਦਲ ਸਰਕਾਰ ਦੇ ਵਕਤ ਹੋਇਆ। ਜਿਹੜੀਆਂ ਘਟਨਾਵਾਂ 2017 ਤੋਂ 2022 ਹੋਈਆਂ ਤੇ ਜਿਹੜੀਆਂ ਪਿਛਲੀ ਸਰਕਾਰ ਦੇ ਵਕਤ ਈਵਨ ਚਰਨਜੀਤ ਚੰਨੀ ਦੇ ਸਮੇਂ ਹੋ ਗਈਆਂ 3-4 ਘਟਨਾਵਾਂ ਬਸ 8-10 ਦਿਨਾਂ 'ਚ, ਉਸ ਤੋਂ ਬਾਅਦ ਹੁਣ ਦੀ ਸਰਕਾਰ ਦੇ ਵਕਤ ਵੀ ਹੋ ਰਹੀਆਂ ਨੇ। ਸੋ ਕਹਿਣ ਦਾ ਭਾਵ ਇਹ ਹੈ ਕਿ ਇਹ ਘਟਨਾਵਾਂ ਸਾਨੂੰ ਮਜਬੂਰ ਕਰਦੀਆਂ ਨੇ ਸੋਚਣ ਲਈ, ਤੇ ਸੋਚਣਾ ਕੀ ਹੈ, ਵਿਚਾਰ ਇਸ ਚੀਜ਼ ਉੱਤੇ ਕਰਨਾ ਹੈ ਕਿ ਸਜ਼ਾਵਾਂ ਕੀ ਨੇ, ਉਹਦਾ ਪੈਮਾਨਾ ਕੀ ਹੈ। ਜਿਹੜੀ ਤੁਸੀਂ ਮੈਂਟਲ ਐਡਿਕਸ਼ਨਸ ਦੀ ਗੱਲ ਕਹੀ, ਇਹ ਬਿਲਕੁਲ ਸਹੀ ਗੱਲ ਹੈ ਕਿ ਮੈਂਟਲ ਐਡਿਕਸ਼ਨਸ ਜਾਂ ਉਹਨਾਂ ਨੂੰ ਕੋਈ ਇਸ ਤਰੀਕੇ ਦੀ ਬਿਮਾਰੀ ਸੀ, ਜੇ ਸ਼ਰਾਬ ਦੀ ਲੱਤ ਦਾ ਸ਼ਿਕਾਰ ਸੀ, ਉਹ ਆਪਣੇ ਕੰਟਰੋਲ ਦੇ ਵਿੱਚ ਹੀ ਨਹੀਂ ਸੀ, ਫਿਰ ਉਹਨਾਂ ਸਥਿਤੀਆਂ ਦੇ ਵਿੱਚ ਉਹਨਾਂ ਨੂੰ ਫੜ ਕੇ ਉਹਨਾਂ ਦੀ ਸਜ਼ਾਵਾਂ ਕੀ ਬਣਦੀਆਂ ਸੀ, ਉਹਨਾਂ ਨੂੰ ਸਜ਼ਾਵਾਂ ਦੇਣੀਆਂ ਕੀ ਬਣਦੀਆਂ ਸੀ, ਇਹਦੇ ਲਈ ਕੀ ਕੋਡ ਆਫ ਕੰਡਕਟ ਹੈ, ਰਹਿਤ ਮਰਿਆਦਾ ਦਾ ਦਾਇਰਾ ਕੀ ਹੈ, ਉਸ ਤੋਂ ਬਾਹਰ ਜਾਣਾ ਕੀ ਹੈ, ਬੇਅਦਬੀ ਕੀ ਹੈ, ਮਰਿਆਦਾ ਦੀ ਉਲੰਘਣਾ ਕੀ ਹੈ। ਤੇ ਇਸ ਲਈ ਅਸਲ ਜਿਹੜਾ ਅਦਾਰਾ ਹੈ ਜਿਸ ਨੇ ਸਜ਼ਾਵਾਂ ਦੇਣੀਆਂ ਨੇ, ਸ਼੍ਰੀ ਅਕਾਲ ਤਖਤ ਸਾਹਿਬ ਸਜ਼ਾ ਦਿੰਦਾ ਹੈ ਜਾਂ ਕੋਈ ਇਸ ਤਰੀਕੇ ਦੀ ਜੇ ਅਪਰਾਧਿਕ ਘਟਨਾ ਕਰਦਾ ਹੈ ਤਾਂ ਉਸ ਨੂੰ ਕਾਨੂੰਨ ਨੇ ਸਜ਼ਾ ਦੇਣੀ ਹੈ। ਕਾਨੂੰਨ ਵਿੱਚ ਸਜ਼ਾ ਉਨੀ ਹੈ ਨਹੀਂ, ਲੋਕ ਹਤਾਸ਼ ਨੇ, ਜਸਟੀਫਾਈ ਕਰ ਰਹੇ ਨੇ। ਅੱਜ ਤੁਸੀਂ ਵੇਖ ਲਓ, ਇਸ ਕੇਸ ਦੇ ਵਿੱਚ ਵੀ SGPC ਨੇ ਕਹਿਤਾ ਕਿ ਅਸੀਂ ਇਸ ਮੁਲਜ਼ਮ ਦੀ ਮਦਦ ਕਰਾਂਗੇ, ਉਸ ਨੂੰ ਕਾਨੂੰਨੀ ਇਮਦਾਦ ਦਾਂਗੇ। ਸੋ ਜਿਹੜਾ ਸ਼ਖਸ ਸੋਧਾ ਲਾ ਦਿੰਦਾ ਹੈ, ਅੱਜ ਉਸ ਦੇ ਪਿੱਛੇ ਜ਼ਿਆਦਾ ਹਮਾਇਤ ਹੈ, ਕਿਉਂਕਿ ਸਰਕਾਰਾਂ ਤੇ ਸਾਡਾ ਕਾਨੂੰਨ ਵਿਵਸਥਾ ਉਸ ਦਾਇਰੇ ਦੇ ਵਿੱਚ ਰਹਿ ਕੇ ਸਜ਼ਾਵਾਂ ਤੇ ਇਨਸਾਫ ਨਹੀਂ ਦਵਾ ਪਾ ਰਹੀਆਂ। ਇਹ ਲੋਕਾਂ ਦੇ ਵਿੱਚ ਬੜਾ ਮੁੱਢਲਾ ਭਾਅ ਹੈ ਜੀ। ਮੈਂ ਰਿਤੇਸ਼ ਜੀ ਇਹੀ ਗੱਲ ਕਹਿ ਰਿਹਾ, ਭਾਵੇਂ ਸਖਤ ਕਾਨੂੰਨ ਵੀ ਆ ਜੇ, ਮੈਂ ਯੂਆਪਾ ਵੀ ਲੱਗ ਜੇ ਜਾਂ 295 AA ਵੀ ਲੱਗ ਜੇ, ਪਰ ਜਿਹੜਾ ਬੇਅਦਬੀ ਕਰ ਰਿਹਾ, ਮਰਿਆਦਾ ਦਾ ਉਲੰਘਣ ਕਰ ਰਿਹਾ, ਉਹਦੇ ਕੋਲੇ ਇੱਕ ਲੈਵਰੇਜ ਲੈ ਕੇ ਚੱਲ ਰਿਹਾ ਵੀ ਉਹ ਮੈਂਟਲ ਐਡਿਕਟ ਹੈ, ਉਹ ਮਾਨਸਿਕ ਸੰਤੁਲਨ ਉਹਦਾ ਠੀਕ ਨਹੀਂ ਹੈ, ਡਿਪਰੈਸ਼ਨ ਦੇ ਅੰਦਰ ਹੈ। ਜੇ ਇਹੋ ਜਿਹੇ ਬੰਦੇ ਦੇ ਉੱਤੇ ਸਖਤ ਕਾਨੂੰਨ ਵੀ ਲਾ ਦਿੱਤਾ ਜਾਏਗਾ, ਫਰਜ਼ ਕਰੋ ਫੋਰ ਐਗਜ਼ਾਮਪਲ ਜੇ ਹਾਲ ਦੀ ਘਟਨਾਵਾਂ ਦੇਖੀਏ, ਤਾਂ ਕੀ ਉਹਦੇ ਉਹੀ ਜਿਹੇ ਨਤੀਜੇ ਆ ਸਕਣ ਕਿ ਬੇਅਦਬੀਆਂ ਰੁਕ ਜਾਣਗੀਆਂ? ਜਿਹੜੇ ਬੰਦੇ ਮੈਂਟਲੀ ਹੀ ਬਿਮਾਰ ਚੱਲ ਰਹੇ ਹੈਗੇ ਨੇ ਜਾਂ ਮੈਂਟਲੀ ਆਪਣੇ ਪ੍ਰੋਬਲਮ ਨਾਲ ਜੂਝ ਰਹੇ ਹੈਗੇ ਨੇ। ਬਿਲਕੁਲ, ਦੇਖੋ ਇਹ ਚੀਜ਼ ਵਿਚਾਰ ਮੰਗਦੀ ਹੈ ਕਿ ਦੇਖੋ ਜਿਹੜਾ ਸਿੱਧਰਾ ਸ਼ਖਸ ਹੈ, ਜਿਹੜਾ ਬੰਦਾ ਵਿਚਾਰਾ ਆਪਣੇ ਕੰਟਰੋਲ 'ਚ ਨਹੀਂ ਹੈ, ਮਾਨਸਿਕ, ਮੈਂ ਦੇਖੋ ਕੇਸ ਟੂ ਕੇਸ ਦੇਖ ਕੇ ਚੱਲੀਏ, ਸਾਰੇ ਮਾਨਸਿਕ ਬਿਮਾਰ ਨਹੀਂ ਨੇ, ਖੁਰਾਫਾਤੀ ਨੇ। ਆ ਜਿਹੜਾ ਕੋਤਵਾਲੀ ਸਾਹਿਬ ਦੀ ਘਟਨਾ ਹੋਈ, ਇਹ ਦੇਖੋ ਅਸਲ ਦੇ ਵਿੱਚ ਤਾਂ ਜਦੋਂ ਤੁਸੀਂ ਕਿਸੇ ਮੁਲਜ਼ਮ ਨੂੰ ਫੜ ਕੇ ਉੱਥੇ ਹੀ ਮਾਰਤਾ, ਔਨ ਦੇ ਸਪੌਟ ਹੀ ਗੋਲੀ ਮਾਰਤੀ, ਇਸ ਮਹਿਲਾ ਨੂੰ ਗੋਲੀ ਮਾਰਤੀ ਗਈ। ਹੁਣ ਇਸ ਮਹਿਲਾ ਦੇ ਤੁਸੀਂ ਸ਼ਨਾਖਤੀ ਕਾਰਡ ਕੱਢ ਰਹੇ ਹੋ, ਉਸ ਦਾ ਮੈਡੀਕਲ ਰਿਕਾਰਡ ਕੱਢ ਰਹੇ ਹੋ, ਤੇ ਫਿਰ ਪਛਾਣਨ ਦੀ ਕੋਸ਼ਿਸ਼ ਕਰ ਰਹੇ ਹੈ ਕਿ ਆਪਾਂ ਚਰਚਾ ਦੇ ਵਿੱਚ ਇਹ ਜ਼ਿਕਰ ਕਰ ਸਕਦੇ ਹਾਂ ਕਿ ਜੀ ਇਹ ਮਹਿਲਾ ਸ਼ਾਇਦ ਡਿਪਰੈਸ਼ਨ ਦਾ ਸ਼ਿਕਾਰ ਸੀ ਜਾਂ ਐਲਕੋਹਲਿਕ ਸੀ, ਜਿਵੇਂ ਮੈਂ ਜ਼ਿਕਰ ਕੀਤਾ। ਇਸ ਤੋਂ ਪਹਿਲੀ ਜਿਹੜੀ ਮੋਰਿੰਡੇ ਵਾਲੀ ਕਤਲਾ ਸੀ, ਨਹੀਂ ਸੀ, ਵੀ ਡੋਂਟ ਨੋ। ਦਰਬਾਰ ਸਾਹਿਬ ਐਡੀ ਵੱਡੀ ਘਟਨਾ ਹੋ ਗਈ ਸੀ। ਹੁਣ ਉਹ ਸ਼ਖਸ ਕਿੱਥੋਂ ਦਾ ਮੈਂਟਲ ਉਹਨੂੰ ਕੋਈ ਦਿੱਕਤ ਸੀ? ਉਸ ਸ਼ਖਸ ਨੇ ਤਾਂ ਸ਼ਰੇਆਮ ਉਹ ਕੰਮ ਕੀਤਾ ਤੇ ਉਸ ਤੋਂ ਕੀਤਾ ਨਹੀਂ, ਕਰਵਾਇਆ ਗਿਆ। ਉਸ ਵਕਤ ਉਸ ਨੂੰ ਫੜ ਕੇ ਮੌਕੇ 'ਤੇ ਸੋਧਾ ਲਾਤਾ ਗਿਆ ਤੇ ਇਹ ਸਮਝਿਆ ਗਿਆ ਕਿ ਸੋਧਾ ਲਾਣਾ ਇਨਸਾਫ ਹੈ। ਹੁਣ ਸੋਧਾ ਲਾਣਾ ਇਨਸਾਫ ਹੈ ਨਹੀਂ ਹੈ ਉਹਨਾਂ ਕੇਸਾਂ ਦੇ ਵਿੱਚ ਜਿੱਥੇ ਖੁਰਾਫਾਤੀ ਤੇ ਸ਼ਰਾਰਤੀ ਅਨਸਰਾਂ ਨੇ ਵਾਰਦਾਤਾਂ ਨੂੰ ਅੰਜਾਮ ਦਵਾਇਆ। ਇਹ ਚੀਜ਼ ਨੂੰ ਸਮਝਣ ਦੇ ਵਿੱਚ ਸਾਡੇ ਪੂਰੀ ਕਮਿਊਨਿਟੀ ਨੂੰ ਵੀ ਬਹੁਤ ਟਾਈਮ ਲੱਗ ਰਿਹਾ, ਤੇ ਉਹ ਜਿਹੜੇ ਲੋਕ ਮਾਰ ਮੁਕਾਉਂਦੇ ਨੇ ਜਾਂ ਜਿਹੜੇ ਲੋਕ ਇਸ ਤਰੀਕੇ ਦੇ ਅਨਸਰਾਂ ਨੂੰ, ਜਿਨ੍ਹਾਂ ਨੂੰ ਕਈ ਵਾਰ ਅੱਗੇ ਕਰਕੇ ਦੇਖੋ ਤੁਸੀਂ, ਜਿਹੜਾ ਵੀ ਸ਼ਰਾਰਤੀ ਅਨਸਰ ਹੈ, ਜਿਹੜਾ ਇਸ ਤਰੀਕੇ ਦੀ ਖੁਰਾਫਾਤ ਕਰਵਾਉਂਦਾ ਹੈ, ਇਹ ਜ਼ਰੂਰੀ ਨਹੀਂ ਹੈ, ਅਲੱਗ-ਅਲੱਗ ਕਾਰਨ ਹੋ ਸਕਦੇ ਨੇ, ਕੇਸ ਟੂ ਕੇਸ ਤੁਹਾਨੂੰ ਐਗਜ਼ਾਮਿਨ ਕਰਨਾ ਪੈ ਰਿਹਾ ਹੈ। ਕੁਝ ਕੇਸਾਂ ਦੇ ਵਿੱਚ ਮੈਂਟਲੀ ਅਨਸਾਊਂਡ ਲੋਕ ਵੀ ਇਸ ਤਰੀਕੇ ਦੀਆਂ ਵਾਰਦਾਤਾਂ ਕਰਦੇ ਨੇ। ਉਸ ਕੇਸ ਦੇ ਵਿੱਚ ਇੱਕ ਜਿਹੜਾ ਸ਼ਖਸ ਪਾਗਲ ਹੈ, ਉਸ ਨੂੰ ਤੁਸੀਂ ਕੀ ਸਜ਼ਾ ਦੇ ਸਕਦੇ ਹੋ? ਤੁਸੀਂ ਇਹ ਦੱਸੋ ਵੀ ਕਾਨੂੰਨ ਜਾਂ ਧਰਮ ਦੇ ਵਿੱਚ ਕੀ ਲਿਖਿਆ ਹੋਇਆ ਹੈ? ਕੋਈ ਪਾਗਲ ਸ਼ਖਸ ਆ ਕੇ ਤੁਹਾਡੇ ਨਾਲ ਛੇੜਛਾੜ ਕਰਦਾ, ਤੁਹਾਡੇ ਨਾਲ ਕੋਈ ਵੀ ਦੁਰਵਿਵਹਾਰ ਕਰਦਾ, ਤੁਸੀਂ ਉਸ ਨੂੰ ਕਿਵੇਂ ਹੈਂਡਲ ਕਰੋਗੇ? ਉਸ ਨੂੰ ਗੋਲੀ ਤਾਂ ਨਹੀਂ ਮਾਰੀ ਜਾ ਸਕਦੀ, ਠੀਕ ਹੈ? ਉਸਨੇ ਜੇ ਉਹ ਤੋਂ ਕੋਈ ਅਜਿਹੀ ਘਟਨਾ ਹੋ ਗਈ ਹੈ ਜੋ ਕਿ ਤੁਹਾਡੀ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ, ਲੇਕਿਨ ਉਸ ਦੀ ਮਾਨਸਿਕ ਅਵਸਥਾ ਨੂੰ ਵੀ ਤੁਹਾਨੂੰ ਦੇਖਣਾ ਪੈਣਾ ਹੈ, ਤੇ ਉਸ ਇੱਕ ਪਾਗਲ ਬੰਦੇ ਵੱਲੋਂ ਕੀਤੀ ਗਈ ਘਟਨਾ ਨੂੰ ਆਪਾਂ ਕਿੰਨਾ ਕੁ ਤਰਜੀਹ ਦੇ ਸਕਦੇ ਹਾਂ? ਲੇਕਿਨ ਜਦੋਂ ਤੁਸੀਂ ਉੱਥੇ ਹੀ ਮੌਕੇ 'ਤੇ ਕਿਸੇ ਨੂੰ ਮਾਰ ਦਿੰਦੇ ਹੋ, ਸੋਧਾ ਲਾ ਦਿੰਦੇ ਹੋ, ਤੇ ਕਲੇਮ ਇਹ ਕਰਦੇ ਹੋ ਕਿ ਇਨਸਾਫ ਹੋ ਗਿਆ, ਉਸ ਕੇਸ ਦੇ ਵਿੱਚ ਜੇ ਉਹ ਬੰਦਾ ਮਾਨਸਿਕ ਤੌਰ 'ਤੇ ਪਰੇਸ਼ਾਨ ਨਹੀਂ ਸੀ, ਜੇ ਉਸ ਦੇ ਪਿੱਛੇ ਕੋਈ ਵੱਡੀ ਸਾਜ਼ਿਸ਼ ਸੀ, ਜਿਵੇਂ ਕਿ ਦਰਬਾਰ ਸਾਹਿਬ ਦੇ ਵਿੱਚ ਘਟਨਾ ਹੋਈ, ਉਸ ਸ਼ਖਸ ਦੇ ਵੇਅਰ ਅਬਾਊਟਸ ਅੱਜ ਤੱਕ ਪਤਾ ਨਹੀਂ ਲੱਗੇ, ਕਿੱਥੇ ਗਈਆਂ ਤੁਹਾਡੀਆਂ ਪੜਤਾਲਾਂ, ਕਿੱਥੇ ਗਈ ਤੁਹਾਡੀ ਤਫਤੀਸ਼? ਅੱਜ ਤੁਸੀਂ ਕੁਝ ਨਹੀਂ ਲੱਭ ਪਾਏ ਹੋ ਕਿ ਉਸ ਬੰਦੇ ਨੂੰ, ਉਹਦੀ ਇੰਨੀ ਹਿੰਮਤ ਕਿਵੇਂ ਹੋਈ ਕਿ ਉਸਨੇ ਦਰਬਾਰ ਸਾਹਿਬ ਵਿੱਚ ਜਾ ਕੇ ਸੈਂਕਟਮ ਸੈਂਕਟੋਰਮ ਦੇ ਵਿੱਚ ਛਾਲ ਮਾਰ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਤੁਸੀਂ ਉਹ ਸਪੇਸ ਨਹੀਂ ਛੱਡਦੇ। ਉਸ ਤੋਂ ਬਾਅਦ ਤੁਸੀਂ 5-5 ਲੱਖ ਰੁਪਏ ਦਾ, ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਇਨਾਮ ਰੱਖੇ ਇਹਨਾਂ ਨੇ ਵੀ ਸਾਨੂੰ ਪਛਾਣ ਦੱਸ ਦਿਓ। ਜਦੋਂ ਤੁਹਾਡੇ ਕੋਲ ਬੰਦੇ ਇਹੋ ਜਿਹੇ ਕਾਬੂ ਕਰ ਲਏ ਜਾਂਦੇ ਨੇ, ਤੁਸੀਂ ਉਸ ਵਕਤ ਉਹਨਾਂ ਦੀ ਗਹਿਰਾਈ ਦੇ ਵਿੱਚ ਜਾਂਚ ਕਰ ਸਕਦੇ ਹੋ। ਜਿਹੜੇ ਕੇਸਾਂ ਦੇ ਵਿੱਚ ਸ਼ਰਾਰਤ ਹੁੰਦੀ ਹੈ, ਖੁਰਾਫਾਤ ਹੁੰਦੀ ਹੈ, ਉਹਨਾਂ ਕੇਸਾਂ ਦੀ ਗਹਿਰਾਈ ਤੱਕ ਜਾਣ ਦੀ ਕੋਸ਼ਿਸ਼ ਹੁੰਦੀ ਨਹੀਂ ਹੈ। ਮਹਿੰਦਰਪਾਲ ਸਿੰਘ ਬਿੱਟੂ ਤੋਂ ਇਹ ਸਿਲਸਿਲਾ ਸ਼ੁਰੂ ਹੁੰਦਾ ਹੈ। ਆਪਾਂ ਨਾਭੇ ਜੇਲ੍ਹ ਦੇ ਵਿੱਚ ਬਰਗਾੜੀ ਦੇ ਕੇਸ ਜਾਂ ਜਿਹੜੇ ਗੁਰਜਵਾਰ ਸਿੰਘ ਵਾਲਾ ਦੀ ਬੇਅਦਬੀਆਂ ਹੋਈਆਂ, ਮਹਿੰਦਰਪਾਲ ਸਿੰਘ ਬਿੱਟੂ ਅਸਲ ਕੜੀ ਸੀ, ਉਹਨੂੰ ਜੇਲ੍ਹ ਦੇ ਵਿੱਚ ਮਾਰ ਮੁਕਾਇਆ ਗਿਆ, ਕਹਿ ਤਾ ਗਿਆ ਕਿ ਇਨਸਾਫ ਹੋ ਗਿਆ, ਅੱਗੇ ਤੁਹਾਡੇ ਹੋਰ ਸਾਰੇ ਰਸਤੇ ਬੰਦ ਹੋ ਗਏ। ਤੁਹਾਨੂੰ ਜੇ ਡੇਰੇ ਸੱਚੇ ਸੌਦੇ ਦੇ ਮੁਖੀ ਗੁਰਮੀਤ ਰਾਮ ਰਹੀਮ, ਜਿਨ੍ਹਾਂ ਨੂੰ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਹੈ,
ਉਹਨਾਂ ਦੇ ਨਾਲ ਦੇ ਥੱਲੜੇ 5-7 ਜਿਹੜੇ ਹੋਰ ਬੰਦੇ ਨੇ ਜਿਹੜੇ ਕਿ ਉਹਦੇ ਸੇਵਾਦਾਰ ਸੀ, ਉਹਦੇ ਜਿਹੜੇ ਕਲੋਜ਼ ਇਨਰ ਸਰਕਲ ਦੇ ਵਿੱਚੋਂ ਸੀ, ਜੇ ਇਸ ਪੂਰੀ ਦੀ ਪੂਰੀ ਕੜੀ ਨੂੰ ਉਹਨਾਂ ਦੇ ਨਾਲ ਜੋੜਨਾ ਸੀ ਕਿਸੇ ਨੇ ਤਾਂ ਮਹਿੰਦਰਪਾਲ ਬਿੱਟੂ ਨੇ ਜੋੜਨਾ ਸੀ, ਤੇ ਉਹ ਬਿੱਟੂ ਖਤਮ ਹੋ ਜਾਂਦਾ ਹੈ, ਫਿਰ ਕਾਨੂੰਨ ਆਪਣਾ ਰਾਹ ਕਿਵੇਂ ਲਏਗਾ। ਲੇਕਿਨ ਬਿਯੋਂਡ ਦੈਟ ਸਾਡੀਆਂ ਦੇਖੋ ਅੱਜ ਦਾ ਵਿਸ਼ਾ, ਵੱਡਾ ਵਿਸ਼ਾ ਇਹ ਹੈ ਕਿ ਅੱਜ ਤੁਸੀਂ UAPA ਦੀ ਮੰਗ ਕਰ ਰਹੇ ਹੋ। 295 ਇੰਪੋਰਟੈਂਟ ਕਿਉਂ? ਤੁਸੀਂ ਕਮਿਟਮੈਂਟ ਤਾਂ ਦਿਖਾਓ ਨਾ। ਪਹਿਲਾਂ ਤੁਹਾਡੇ ਕੋਲ 295 ਜੇ ਪਾਸ ਨਹੀਂ ਹੁੰਦਾ ਵਿਧਾਨ ਸਭਾ ਦੇ ਵਿੱਚ, ਹਵਾ ਦੇ ਵਿੱਚੋਂ UAPA ਨੇ ਨਹੀਂ ਲੱਗ ਜਾਣਾ। ਇਹ ਚੀਜ਼ ਬਲਜੀਤ ਸਿੰਘ ਦਾਦੂਵਾਲ ਵੀ ਸਮਝ ਲੈਣ ਤੇ ਭਗਵੰਤ ਮਾਨ ਵੀ ਸਮਝ ਲੈਣ। UAPA ਨੂੰ ਲਾਉਣ ਲਈ ਤੁਹਾਨੂੰ ਇੱਕ ਸਿਸਟਮ ਅਡਾਪਟ ਕਰਨਾ ਪੈਣਾ। ਪਹਿਲਾਂ ਵੀ ਇੱਕ ਜਦੋਂ ਕਾਨੂੰਨ 295 ਦੀ ਗੱਲ ਹੋਈ, ਇਹ ਸਿਰਫ ਗੱਲਾਂ ਬਾਤਾਂ ਨਹੀਂ ਹੈਗੀਆਂ ਨੇ ਵੀ 295 ਕਿੱਥੋਂ ਆ ਗਿਆ, ਕਿਉਂਕਿ ਤੁਹਾਡੀਆਂ ਵਿਧਾਨ ਸਭਾਵਾਂ ਨੇ ਪਾਸ ਕੀਤਾ, ਉਸ ਉੱਤੇ ਸੈਂਟਰ ਸਰਕਾਰ ਨੇ ਇਤਰਾਜ਼ ਕੀਤਾ, ਆਬਜੈਕਸ਼ਨਸ ਦੇ ਨਾਲ ਵਾਪਸ ਭੇਜਤਾ ਗਿਆ, ਫਿਰ ਤੁਸੀਂ ਕਾਨੂੰਨ ਪਾਸ ਕਰ ਲਿਆ। ਲੇਕਿਨ ਫਿਰ ਅੱਜ ਸਜ਼ਾਵਾਂ ਸਖਤ ਕਿਉਂ ਨਹੀਂ ਹੋ ਪਾਈਆਂ? ਅੱਜ 3 ਸਾਲ ਦੀ ਕੈਦ ਕਿਸੇ ਵੀ ਬੇਅਦਬੀ ਦੇ ਮੁਲਜ਼ਮ ਨੂੰ ਹੋਵੇ, ਇਸ ਲਈ ਪੂਰੀਆਂ ਲੜਾਈਆਂ ਲੜੀਆਂ ਜਾ ਰਹੀਆਂ ਨੇ। ਸਰਕਾਰਾਂ ਤੇ ਅਦਾਲਤਾਂ ਦੇ ਵਿੱਚ ਵਕੀਲਾਂ ਦਾ ਟਾਈਮ ਜ਼ਾਇਆ ਹੋਇਆ ਹੈ। ਤੁਸੀਂ ਦੇਖੋ ਨਾ, ਜਿਹੜਾ ਬੇਅਦਬੀ ਦਾ ਮੁਲਜ਼ਮ ਹੁੰਦਾ ਉਹ ਤਾਂ ਹਾਈ ਕੋਰਟ ਜਾ ਕੇ, ਸੁਪਰੀਮ ਕੋਰਟ ਤੱਕ ਜਾ ਕੇ ਲੜਦਾ ਹੈ, ਤੇ ਸਰਕਾਰ ਦੀ ਵੀ ਪੂਰੀ ਮਸ਼ੀਨਰੀ ਸੁਪਰੀਮ ਕੋਰਟ ਤੱਕ ਕੇਸ ਲੜਦੀ ਹੈ। ਕਿਸ ਗੱਲ ਲਈ? ਸਿਰਫ 3 ਸਾਲ ਦੀ ਸਜ਼ਾ ਲਈ। ਤੇ ਉਹ 3 ਸਾਲ ਦੀ ਸਜ਼ਾ ਮਿਲਣੀ ਹੈ, ਨਹੀਂ ਮਿਲਣੀ ਹੈ, ਤੇ ਜਦ ਤੱਕ ਮਿਲਣੀ ਹੈ ਤਦ ਤੱਕ ਵੈਸੇ ਉਹਨੂੰ ਉਨੀ ਜੇ ਸਮਾਂ ਜੇਲ੍ਹ ਵਿੱਚ ਹੋ ਚੁੰਦਾ, ਅਗਲੇ ਦਿਨ ਉਹਨੇ ਬਾਹਰ ਆ ਜਾਣਾ ਹੈਗਾ। ਸੋ ਕਾਨੂੰਨਾਂ ਨੂੰ ਸਖਤ ਕਰਨ ਦੀ ਗੱਲਾਂ ਬਾਤਾਂ ਆਪਣੀ ਥਾਂ ਤੇ ਵਾਜਬ ਨੇ, ਲੇਕਿਨ ਕਈ ਮਲਟੀਪਲ ਲੈਵਲ ਦੇ ਉੱਤੇ ਦੇਖੋ, ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਿਹੜੀ ਰਿਪੋਰਟ ਆਈ ਸੀ, ਉਸ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਇਕੱਲਾ ਬੁਰਜਵਾਲ ਸਿੰਘ ਵਾਲਾ ਬਰਗਾੜੀ ਦੇ ਕੇਸ ਨਹੀਂ ਸੀ, ਤਕਰੀਬਨ 150 ਦੇ ਆਸ-ਪਾਸ ਉਹਨਾਂ ਨੇ ਘਟਨਾਵਾਂ ਦਾ ਵੇਰਵਾ ਲਿਆ ਸੀ, ਜਿਸ ਤੋਂ ਬਾਅਦ ਕਿ ਉਹਨਾਂ ਨੇ ਰਿਕਮੈਂਡੇਸ਼ਨਸ ਦਿੱਤੀਆਂ। CCTV ਕੈਮਰਾਜ਼ ਲੱਗਣ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਕੀ ਭੂਮਿਕਾ ਹੈ, ਕੀ ਰੋਲ ਹੈ, ਕਿਸ ਤਰੀਕੇ ਦੇ ਨਾਲ ਤੁਸੀਂ ਭਵਿੱਖ ਦੀਆਂ ਬੇਅਦਬੀਆਂ ਰੋਕਣੀਆਂ ਨੇ, ਉਹਦੇ ਉੱਤੇ ਵੀ ਇੱਕ ਪੂਰੀ ਰੂਪਰੇਖਾ ਦਿੱਤੀ ਗਈ ਸੀ, ਜਿਹਨੂੰ ਕਿ ਕੂੜੇ ਦੇ ਡੱਬੇ 'ਚ ਤਾਂ ਸਾਡੀ ਪੋਲੀਟੀਕਲ ਪਾਰਟੀਆਂ ਨੇ ਉਸ ਵਕਤ ਸਿੱਟਿਆ ਸੀ। ਸੋ ਉਹਨਾਂ ਰਿਕਮੈਂਡੇਸ਼ਨਸ ਦੇ ਤਾਂ ਅੱਜ ਤੱਕ ਮੈਨੂੰ ਨਹੀਂ ਲੱਗਦਾ ਕਿਸੇ ਮੇਨ ਸਟ੍ਰੀਮ ਨੂੰ ਪਤਾ ਵੀ ਹੋਵੇ ਕਿ ਕਿੰਨੀ ਕੁ ਰਿਕਮੈਂਡੇਸ਼ਨਸ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੇ ਦਿੱਤੀਆਂ, ਸਿਫਾਰਸ਼ਾਂ ਉਹਨਾਂ ਨੇ ਦਿੱਤੀਆਂ। ਕੀ ਉਹ ਸਿਫਾਰਸ਼ਾਂ ਸੀ, ਉਹ ਲਾਗੂ ਹੋਈਆਂ, ਨਹੀਂ ਲਾਗੂ ਹੋਈਆਂ, ਉਹਨਾਂ ਦਾ ਕੋਈ ਫਾਇਦਾ ਹੋਇਆ, ਨਹੀਂ ਹੋਇਆ? ਸੋ ਇਹ ਸਾਰੀਆਂ ਗੱਲਾਂ ਬਾਤਾਂ ਉੱਤੇ ਕਿਸੇ ਕੋਲ ਸਮਾਂ ਨਹੀਂ ਅੱਜ ਵਿਚਾਰਨ ਦਾ। ਕਹਿ ਸਕਦੇ ਹਾਂ ਹਰ ਘਟਨਾ ਤੋਂ ਬਾਅਦ ਜਾਂ ਤਾਂ ਬਿਆਨ ਛੱਡਦੇ ਜਾਂਦੇ ਨੇ ਸਾਡੇ ਪੋਲੀਟੀਕਲ ਲੀਡਰਾਂ ਵੱਲੋਂ, ਜਾਂ ਫਿਰ ਇਸ ਤਰੀਕੇ ਦੇ ਫੋਟੋ ਆਪ ਹੀ ਮੈਂ ਕਹਾਂਗਾ ਮੁੱਖ ਮੰਤਰੀ ਨੂੰ ਮਿਲੋ। ਮੁੱਖ ਮੰਤਰੀ ਨੂੰ ਖੁਦ ਨਹੀਂ ਪਤਾ ਵੀ ਉਹਨਾਂ ਦੇ ਆਪਣੇ ਜਿਹਨੂੰ ਕਹਿ ਸਕਦੇ ਹਾਂ ਕਿ ਗਲਿਆਰੇ ਦੇ ਵਿੱਚ ਕਹਿ ਲਓ ਜਾਂ ਆਪਣੇ ਪਿੱਛੇ ਚੁਬਾਰੇ ਦੇ ਵਿੱਚ ਕਿਹੜਾ ਕਾਨੂੰਨ ਪਿਆ ਹੈ ਜਿਸ ਨੂੰ ਠੰਡੇ ਬਸਤੇ ਵਿੱਚ ਉਹਨਾਂ ਦੀ ਆਪਣੀ ਸਰਕਾਰ ਰੱਖੀ ਹੋਈ ਹੈ ਤੇ ਕੱਢ ਨਹੀਂ ਪਾਈ ਹੈ। ਸੋ ਬਲਜੀਤ ਸਿੰਘ ਦਾਦੂਵਾਲ ਦੀ ਸੋਚ ਮੁਬਾਰਕ ਹੈ, ਉਹਨਾਂ ਨੇ ਇਹ ਸੋਚੀ ਗੱਲਬਾਤ, ਲੇਕਿਨ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਇੱਥੇ ਪੋਲੀਟੀਕਲ ਪਾਰਟੀਆਂ ਦੀ ਕਮਿਟਮੈਂਟ ਨਹੀਂ ਹੈ। ਇਹ ਗੱਲਾਂ ਬਾਤਾਂ ਕਰਦੇ ਨੇ, ਬੇਅਦਬੀ ਦੇ ਕੇਸਾਂ ਦੇ ਉੱਤੇ ਸਿਆਸਤ ਵੀ ਬਹੁਤ ਹੁੰਦੀ ਹੈ, ਨੈਰੇਟਿਵ ਵੀ ਬਹੁਤ ਬਣਦੇ ਨੇ, ਵਿਗੜਦੇ ਨੇ, ਲੇਕਿਨ ਹੁੰਦਾ ਕੁਝ ਨਹੀਂ ਹੈ। ਤੇ ਜਿਹੜੇ ਕੰਮ ਸਰਕਾਰਾਂ ਦੇ ਕਰਨ ਵਾਲੇ ਨੇ, ਸਰਕਾਰਾਂ ਉਹ ਨਹੀਂ ਕਰ ਪਾ ਰਹੀਆਂ, ਤੇ ਬਾਕੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਵੀ ਬਹੁਤ ਕੁਝ ਕਰਨਾ ਹੈ। ਉਹਨਾਂ ਦੀ ਬੜੀ ਮਹੱਤਵਪੂਰਨ ਭੂਮਿਕਾ ਹੈ, ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਤਾਂ ਦੋਵੇਂ ਅਦਾਰਿਆਂ, ਸਰਕਾਰ, ਪੁਲਿਸ ਤੇ ਦੂਸਰੇ ਪਾਸੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਇਹਨਾਂ ਦੇ ਪੱਖੋਂ ਵਿਸ਼ਵਾਸ ਉੱਠ ਚੁੱਕਿਆ ਹੈ। ਤਾਂ ਹੀ ਕਰਕੇ ਲੋਕਾਂ ਨੂੰ ਕਾਨੂੰਨ ਆਪਣੇ ਹੱਥ ਵਿੱਚ ਲੈਣਾ ਪੈ ਰਿਹਾ। ਉਹ ਲੈ ਰਹੇ ਨੇ, ਜੋ ਕਿ ਮੈਂ ਇਸ ਨੂੰ ਕਦੇ ਵੀ ਜਸਟੀਫਾਈ ਨਹੀਂ ਕਰਦਾ। ਹਾਲਾਂਕਿ ਬਹੁਤ ਲੋਕ ਇਸ ਵਿਚਾਰ ਦੇ ਨਾਲ ਇਤਫਾਕ ਬੇਸ਼ੱਕ ਨਾ ਰੱਖਦੇ ਹੋਣ, ਬਟ ਆਈ ਥਿੰਕ ਦੈਟ ਇਜ਼ ਨਾਟ ਦ ਰੂਲ ਆਫ ਲਾਅ, ਦੈਟ ਇਜ਼ ਨਾਟ ਸਮਥਿੰਗ ਦੈਟ ਸ਼ੁੱਡ ਬੀ ਡਨ। ਇਹਦੇ ਨਾਲ ਇੱਕ ਗਲਤ ਰਿਵਾਇਤ, ਇੱਕ ਗਲਤ ਰਿਵਾਜ ਪੈਦਾ ਹੋ ਗਿਆ, ਤੇ ਸੋਧਾ ਲਾਉਣ ਦਾ ਜਿਹੜਾ ਕਲਚਰ ਹੈ ਇਹ ਬਿਲਕੁਲ ਠੀਕ ਨਹੀਂ ਹੈ। ਜੀ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਰਿਤੇਸ਼ ਜੀ, ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ।